ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਮੈਂ ਕੁਝ ਕਹਾਣੀਆਂ ਤਾਂ ਸਾਹਿਤ ਵਿੱਚੋਂ ਲੈਂਦਾ ਅਤੇ ਸੰਖੇਪ ਵਿੱਚ ਸੁਣਾਉਂਦਾ ਅਤੇ ਕੁਝ ਜ਼ਿੰਦਗੀ ਵਿੱਚ ਵਾਪਰੇ ਵਾਕਿਆਂ ਨੂੰ ਲੈ ਕੇ ਆਪਦੇ ਸਨਮੁਖ ਪੇਸ਼ ਕਰਦਾ ਹਾਂ। ਮੇਰਾ ਮਕਸਦ ਕਿਸੇ ਦਾ ਵੀ ਦਿਲ ਦੁਖਾਉਣਾ ਕਦੇ ਨਹੀਂ ਰਿਹਾ, ਇਸ ਲਈ ਇਹਨਾਂ ਨੂੰ ਸਿਰਫ ਕਹਾਣੀ ਦੇ ਤੌਰ 'ਤੇ ਹੀ ਲਿਆ ਜਾਵੇ ਅਤੇ ਜੇ ਕੋਈ ਸਿੱਖਿਆ ਮਿਲਦੀ ਹੈ ਤਾਂ ਉਸ ਨੂੰ ਗ੍ਰਹਿਣ ਕੀਤਾ ਜਾਵੇ। ਜਦੋਂ ਆਦਮੀ ਖੁਦ ਕਿਸੇ ਹਾਲਤ ਵਿੱਚੋਂ ਗੁਜ਼ਰਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਦੁੱਖ ਕੀ ਹੁੰਦਾ ਹੈ। ਕਦੇ ਵੀ ਅਨੁਭਵ ਤੋਂ ਬਿਨਾਂ ਕਿਸੇ ਹੋਰ ਵਿਅਕਤੀ ਦੀ ਸਮੱਸਿਆ ਨੂੰ ਸਮਝਿਆ ਨਹੀਂ ਜਾ ਸਕਦਾ। ਕਦੇ ਅਸੀਂ ਅਣਜਾਣੇ ਹੀ ਬਿਨਾਂ ਸੋਚੇ ਸਮਝੇ ਕੁਝ ਅਜਿਹੇ ਕੰਮ ਕਰਦੇ ਹਾਂ ਜਿਸ ਦਾ ਦੂਸਰੇ ਵਿਅਕਤੀ ਦੇ ਜੀਵਨ 'ਤੇ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ ਅਤੇ ਕਈ ਵਾਰ ਤਾਂ ਇਹ ਆਦਮੀ ਇੰਨਾ ਟੁੱਟ ਜਾਂਦਾ ਹੈ ਕਿ ਉਹ ਆਤਮ ਹੱਤਿਆ ਤੱਕ ਪਹੁੰਚ ਜਾਂਦਾ ਹੈ। ਕੁਝ ਸਾਲ ਪਹਿਲਾਂ ਅਸੀਂ ਇਸ ਤਰ੍ਹਾਂ ਹੀ ਲੋਕ ਸਭਾ ਵਿੱਚ ਜਾਂ ਰਾਜ ਸਭਾ ਵਿੱਚ ਇੱਕ ਸੰਸਦ ਨੂੰ ਰੋ ਕੇ ਆਪਣੀ ਮਿੱਥਿਆ ਬਿਆਨ ਕਰਦੇ ਹੋਏ ਟੈਲੀਵਿਜ਼ਨ 'ਤੇ ਦੇਖਿਆ ਸੀ ਅਤੇ ਉਸ ਵੱਲੋਂ ਸੂਬੇ ਦੀ ਸਰਕਾਰ 'ਤੇ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਉਸ ਸਰਕਾਰ ਨੇ ਇੱਕ ਬਦਲਾ ਭਾਵਨਾ ਤਹਿਤ ਉਸ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮੇ ਕਰਕੇ ਉਸ ਨੂੰ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਪਰ ਜਦੋਂ ਉਹਨਾਂ ਦੀ ਸਰਕਾਰ ਆਵੇਗੀ ਕੀ ਉਹ ਗੱਲ ਯਾਦ ਰੱਖਣਗੇ? ਖੈਰ, ਅਗਲੀ ਮੈਂ ਕਹਾਣੀ 'ਤੇ ਆਉਣਾ। ਅੱਜ ਤੋਂ ਤਕਰੀਬਨ 35 ਕੁ ਸਾਲ ਪੁਰਾਣੀ ਗੱਲ ਹੈ। ਇੱਕ ਸਰਕਾਰੀ ਮਹਿਕਮੇ ਵਿੱਚ ਸੁਦੇਸ਼ ਨਾਮ ਦਾ ਲੜਕਾ ਅਫਸਰ ਲੱਗ ਗਿਆ ਅਤੇ ਉਸ ਨੂੰ ਦੇਖ ਕੇ ਪਿੰਡ ਦੇ ਬਹੁਤ ਹੋਰ ਸਾਰੇ ਮੁੰਡੇ ਵੀ ਜਾਗਰੂਕ ਹੋ ਗਏ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ ਕਰਮਚਾਰੀ ਜਾਂ ਅਫਸਰ ਬਣ ਗਏ। ਕੁਝ ਸਾਲਾਂ ਬਾਅਦ ਸੁਦੇਸ਼ਵਰਾਂ ਦੇ ਸ਼ਰੀਕੇ ਦੇ ਵਿੱਚੋਂ ਹੀ ਪ੍ਰਮੋਦ ਨਾਮ ਦਾ ਲੜਕਾ ਪੜ੍ਹ ਲਿਖ ਕੇ ਸੁਦੇਸ਼ ਦੇ ਮਹਿਕਮੇ ਵਿੱਚ ਹੀ ਸੁਦੇਸ਼ ਦੇ ਹੀ ਨੀਚੇ ਨੌਕਰੀ 'ਤੇ ਲੱਗ ਗਿਆ। ਹੁਣ ਭਾਈਬੰਦ ਹੋਣ ਕਾਰਨ ਪ੍ਰਮੋਦ ਸੁਦੇਸ਼ ਨੂੰ ਸਰ ਨਾ ਕਹਿ ਕੇ ਭਾਜੀ ਹੀ ਕਹਿ ਕੇ ਸੰਬੋਧਨ ਕਰਿਆ ਕਰੇ, ਜਿਸ ਨੂੰ ਸੁਦੇਸ਼ ਨੇ ਚੰਗਾ ਨਹੀਂ ਸਮਝਿਆ ਅਤੇ ਪ੍ਰਮੋਦ ਨੂੰ ਕਹਿ ਦਿੱਤਾ ਕਿ ਭਾਜੀ ਨਹੀਂ ਸਰ ਕਿਹਾ ਕਰ। ਖੈਰ, ਪ੍ਰਮੋਦ ਨੇ ਹੁਕਮ ਦੀ ਤਮੀਲ ਕਰਨੀ ਸ਼ੁਰੂ ਕਰਤੀ। ਉਸ ਮਹਿਕਮੇ ਵਿੱਚ ਪੈਸੇ ਦਾ ਲੈਣ ਦੇਣ ਵੀ ਚੱਲਦਾ ਸੀ। ਪ੍ਰਮੋਦ ਝਿਜਕਦਾ ਸੀ ਕਿ ਜੇਕਰ ਮੈਂ ਪੈਸੇ ਦਿੱਤੇ ਤਾਂ ਕਿਤੇ ਭਾਜੀ ਇਹ ਨਾ ਸਮਝ ਲੈਣ ਕਿ ਮੈਂ ਉਹਨਾਂ ਦੀ ਪਿੰਡ ਵਿੱਚ ਜਾ ਕੇ ਗੱਲ ਕਰਾਂਗਾ ਅਤੇ ਬਦਨਾਮੀ ਹੋਏਗੀ। ਇਸ ਲਈ ਉਸਨੇ ਆਪਣੇ ਇੱਕ ਮਾਹਤਿਅਤ ਨੂੰ ਕਹਿ ਦਿੱਤਾ ਕਿ ਸੁਦੇਸ਼ ਦਾ ਹਿੱਸਾ ਉਸ ਤੱਕ ਪਹੁੰਚਦਾ ਰਹਿਣਾ ਚਾਹੀਦਾ ਹੈ। ਪਰ ਸੁਦੇਸ਼ ਪ੍ਰਮੋਦ ਤੋਂ ਨਾਰਾਜ਼ ਰਹਿਣ ਲੱਗ ਪਿਆ ਅਤੇ ਗੱਲ-ਗੱਲ 'ਤੇ ਉਸ ਨੂੰ ਝਿੜਕਣ ਵੀ ਲੱਗ ਪਿਆ ਅਤੇ ਪ੍ਰਮੋਦ ਦੇ ਕਈ ਕੰਮਾਂ ਵਿੱਚ ਖਾਮੀਆਂ ਕੱਢ ਕੇ ਪੱਤਰਾਂ ਰਾਹੀਂ ਜਵਾਬ ਤਲਬੀ ਵੀ ਕੀਤੀ। ਸਰਕਾਰੀ ਨੌਕਰੀ ਵਿੱਚ ਅਨੁਸ਼ਾਸਨ ਕਾਇਮ ਕਰਨ ਲਈ ਹਰ ਕਿਸੇ ਕਰਮਚਾਰੀ ਅਧਿਕਾਰੀ ਦੀ ਘੱਟੋ-ਘੱਟ 3 ਮਹੀਨੇ ਤੋਂ ਉੱਪਰ ਦੇ ਵਕਤ ਦੀ ਇੱਕ ਰਿਪੋਰਟ ਲਿਖੀ ਜਾਂਦੀ ਹੈ। ਉਹ ਰਿਪੋਰਟ ਉਸ ਕਰਮਚਾਰੀ ਜਾਂ ਅਧਿਕਾਰੀ ਤੋਂ ਉੱਪਰਲਾ ਅਧਿਕਾਰੀ ਲਿਖਦਾ ਹੈ। ਇਸ ਨੂੰ ਹੀ ਗੁਪਤ ਯੋਗਤਾ ਰਿਪੋਰਟ ਕਹਿੰਦੇ ਹਨ। ਇਹੀ ਅਗਲੀ ਪ੍ਰਮੋਸ਼ਨ ਜਾਂ ਪਦੋਨਤੀ ਦੇ ਲਈ ਘੋਖੀ ਜਾਂਦੀ ਹੈ ਅਤੇ ਪਿਛਲੇ 5 ਸਾਲਾਂ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਅਗਲੀ ਤਰੱਕੀ ਲਈ ਯੋਗ ਜਾਂ ਅਯੋਗ ਕਰਾਰ ਦਿੱਤਾ ਜਾਂਦਾ ਹੈ। ਇਹ ਹੀ ਇੱਕ ਤਰ੍ਹਾਂ ਦਾ ਅੰਕੁਸ਼ ਜਾਂ ਜੇ ਪੰਜਾਬੀ ਵਿੱਚ ਕਹਿ ਲਈਏ ਤਾਂ ਕੁੰਡਾ ਕਿਹਾ ਜਾਂਦਾ ਹੈ, ਜਿਸ ਨਾਲ ਹਾਥੀ ਵਰਗੇ ਜਾਨਵਰ ਨੂੰ ਮੁਹਾਵਤ ਆਪਣੇ ਅਨੁਸਾਰ ਚੱਲਣ ਲਈ ਅਨੁਸ਼ਾਸਨ ਵਿੱਚ ਰੱਖਦਾ ਹੈ। ਅਫਸਰ ਇਸੇ ਕਰਕੇ ਆਪਣੇ ਤੋਂ ਚਿਹਰੇ ਅਫਸਰ ਦੀ ਚਾਪਲੂਸੀ ਜਾਂ ਹੋਰ ਜਾਇਜ਼ ਨਜਾਇਜ਼ ਜ਼ਰੂਰਤਾਂ ਦੀ ਪੂਰਤੀ ਕਰਕੇ ਚੰਗੀਆਂ ਰਿਪੋਰਟਾਂ ਲੈਣ ਵਾਸਤੇ ਸਾਰੇ ਹੀਲੇ ਵਰਤਦੇ ਹਨ। ਇਸ ਆਧਾਰ 'ਤੇ ਹੁਣ ਜਦੋਂ ਸੁਦੇਸ਼ ਦੀ ਸਾਲਾਨਾ ਗੁਪਤ ਯੋਗਤਾ ਰਿਪੋਰਟ ਲਿਖਣ ਦਾ
वक्त आया ਤਾਂ ਸੁਦੇਸ਼ ਨੇ ਪ੍ਰਮੋਦ ਨੂੰ ਇੱਕ ਔਸਤ ਤੋਂ ਹੇਠਾਂ ਦਾ ਅਫਸਰ ਕਰਾਰ ਦਿੰਦੇ ਹੋਏ ਉਹਦੀ ਗੁਪਤ ਯੋਗਤਾ ਰਿਪੋਰਟ ਲਿਖਤੀ। ਉਸ ਤੋਂ ਬਾਅਦ ਪ੍ਰਮੋਦ ਦੀ ਬਦਲੀ ਕਿਸੇ ਹੋਰ ਅਫਸਰ ਤਹਿਤ ਹੋ ਗਈ, ਜਿੱਥੇ ਉਸ ਨੇ ਇੱਕ ਬਹੁਤ ਹੀ ਵਧੀਆ ਅਫਸਰ ਹੋਣ ਦਾ ਨਾਮ ਪੈਦਾ ਕਰ ਲਿਆ ਅਤੇ ਅਫਸਰ ਵੀ ਉਸ ਤੋਂ ਖੁਸ਼ ਰਹਿੰਦੇ ਸਨ। ਸਬੱਬ ਨਾਲ ਕੁਝ ਸਾਲਾਂ ਬਾਅਦ ਸੁਦੇਸ਼ ਦਾ ਇੱਕ ਜਵਾਈ ਬਲਵੀਰ ਸਿੰਘ ਵੀ ਪ੍ਰਮੋਦ ਦੇ ਤਹਿਤ ਅਫਸਰ ਲਗਾ ਦਿੱਤਾ ਗਿਆ। ਹੁਣ ਬਲਵੀਰ ਨੂੰ ਆਪਣੇ ਸਹੁਰੇ ਦਾ ਉੱਚ ਅਫਸਰ ਹੋਣ ਦਾ ਮਾਣ ਸੀ। ਉਹ ਪ੍ਰਮੋਦ ਦੀ ਪਰਵਾਹ ਨਾ ਕਰਿਆ ਕਰੇ। ਪ੍ਰਮੋਦ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਬਲਵੀਰ 'ਤੇ ਕੋਈ ਅਸਰ ਨਾ ਹੋਇਆ। ਆਖਰ ਉਹ ਕੁਝ ਹੀ ਹੋਇਆ। ਪ੍ਰਮੋਦ ਨੇ ਬਲਵੀਰ ਨੂੰ ਇੱਕ ਯੋਗ ਅਧਿਕਾਰੀ ਦੀ ਸਾਲਾਨਾ ਗੁਪਤ ਯੋਗਤਾ ਰਿਪੋਰਟ ਦਿੱਤੀ, ਪਰ ਪਾਸ ਨੰਬਰ ਹੋਣ ਜੋਗੇ ਨੰਬਰ ਜ਼ਰੂਰ ਦੇ ਦਿੱਤੇ। ਤਕਰੀਬਨ 2 ਮਹੀਨੇ ਬਾਅਦ ਜਦੋਂ ਬਲਵੀਰ ਨੂੰ ਇਸ ਸੰਬੰਧੀ ਪੱਤਰ ਪ੍ਰਾਪਤ ਹੋਇਆ ਤਾਂ ਉਹ ਸਿੱਧਾ ਆਪਣੇ ਸਹੁਰੇ ਪਾਸ ਪਹੁੰਚਿਆ। ਸਹੁਰੇ ਨੇ ਆਪਣੇ ਪਿੰਡ ਭਾਈਚਾਰੇ ਵਿੱਚ ਇਹ ਮੁੱਦਾ ਰੱਖਿਆ ਕਿ ਪ੍ਰਮੋਦ ਨੇ ਇੱਕ ਪਿੰਡ ਦਾ ਲਿਹਾਜ਼ ਵੀ ਨਹੀਂ ਕੀਤਾ ਅਤੇ ਮੇਰੇ ਜਵਾਈ ਦੀ ਰਿਪੋਰਟ ਖਰਾਬ ਕਰ ਦਿੱਤੀ। ਤਾਂ ਪ੍ਰਮੋਦ ਦਾ ਪਿਤਾ, ਜੋ ਕਿ ਇੱਕ ਬਹੁਤ ਹੀ ਸਿਆਣਾ ਸ਼ਖਸ ਸੀ, ਨੇ ਇੱਕ ਕਹਾਣੀ ਸੁਣਾਈ ਜੋ ਸ਼ਾਇਦ ਸਮਝਾਉਣ ਲਈ ਘੜੀ ਗਈ ਸੀ। ਆਪ ਦੇ ਸਨਮੁਖ ਇਹ ਵੀ ਕਹਾਣੀ ਪੇਸ਼ ਹੈ। ਇੱਕ ਸ਼ਹਿਰ ਵਿੱਚ ਇੱਕ ਫਕੀਰ ਰਹਿੰਦਾ ਸੀ, ਜੋ ਕਿ ਆਪਣੀ ਮਸਤੀ ਵਿੱਚ ਹੀ ਹਰ ਵੇਲੇ ਨੱਚਦਾ ਗਾਉਂਦਾ ਰਹਿੰਦਾ ਸੀ। ਉਸ ਕੋਲ ਇੱਕ ਤਾਰ ਵਾਲਾ ਤੂੰਬਾ ਸੀ, ਜਿਹਨੂੰ ਆਪਾਂ ਇੱਕ ਤਾਰਾ ਬੋਲਦੇ ਹਾਂ। ਉਹ ਵਜਾਉਂਦੇ ਹੋਏ ਹੀ ਨੱਚਦਾ ਰਹਿੰਦਾ ਸੀ। ਇੱਥੋਂ ਤੱਕ ਕਿ ਮੁਰਦੇ ਦੇ ਜਨਾਜ਼ੇ ਦੇ ਅੱਗੇ ਵੀ ਇਸੇ ਤਰ੍ਹਾਂ ਨੱਚਦਾ ਗਾਉਂਦਾ ਚੱਲਦਾ ਰਹਿੰਦਾ ਸੀ। ਪਰ ਲੋਕ ਉਸ ਦਾ ਬੁਰਾ ਨਹੀਂ ਬਣਾਉਂਦੇ ਸਨ ਕਿ ਚਲੋ ਫਕੀਰ ਹੈ, ਇਸ ਦੀ ਮੌਜ। ਬੇਸ਼ੱਕ ਜਿਸ ਘਰ ਦਾ ਜੀਅ ਮਰ ਗਿਆ ਹੋਵੇ, ਉਹਨਾਂ ਨੂੰ ਬਹੁਤ ਦੁੱਖ ਹੁੰਦਾ ਸੀ ਕਿ ਸਾਡੇ ਦੁੱਖ ਦਾ ਇਸ ਨੂੰ ਕੋਈ ਦੁੱਖ ਨਹੀਂ, ਪਰ ਉਹ ਚੁੱਪ ਰਹਿੰਦੇ ਸਨ। ਇਹ ਹਮੇਸ਼ਾ ਹੀ ਉਸ ਬਾਬੇ ਦਾ ਰੂਟੀਨ ਬਣਿਆ ਰਿਹਾ। ਲੋਕ ਚੁੱਪ ਕਰਕੇ ਆਪਣੇ ਕੰਮ ਕਰਦੇ ਰਹਿੰਦੇ। ਇੱਕ ਦਿਨ ਉਹ ਫਕੀਰ ਇਸੇ ਤਰ੍ਹਾਂ ਹੀ ਕਿਸੇ ਜਨਾਜ਼ੇ ਦੇ ਮੂਹਰੇ ਆਪਣਾ ਤੂੰਬਾ ਵਜਾਉਂਦੇ ਹੋਏ ਨੱਚਦਾ ਗਾਉਂਦਾ ਜਾ ਰਿਹਾ ਸੀ। ਅਚਾਨਕ ਇੱਕ ਆਦਮੀ ਨੇ ਉਸ ਫਕੀਰ ਬਾਬੇ ਦੇ ਕੰਨ ਵਿੱਚ ਜਾ ਕੇ ਕਿਹਾ ਕਿ ਬਾਬਾ ਜੀ, ਤੁਹਾਡਾ ਮੁੰਡਾ ਮਰ ਗਿਆ ਹੈ। ਇਹ ਸੁਣਦੇ ਸਾਰ ਹੀ ਫਕੀਰ ਦਾ ਤੂੰਬਾ ਵਜਾਉਂਦਾ ਹੱਥ ਇੱਕਦਮ ਰੁਕ ਗਿਆ ਅਤੇ ਨੱਚਣਾ ਗਾਣਾ ਬੰਦ ਹੋ ਗਿਆ ਅਤੇ ਉਹ ਉੱਥੇ ਹੀ ਬੈਠ ਗਿਆ ਅਤੇ ਬਿਰਲਾਪ ਕਰਨ ਲੱਗ ਪਿਆ। ਕਿਸੇ ਨੇ ਪੁੱਛਿਆ, ਬਾਬਾ ਜੀ ਕੀ ਹੋਇਆ? ਤਾਂ ਉਸਨੇ ਜਵਾਬ ਦਿੱਤਾ, ਤੂੰਬੇ ਦੀ ਤਾਲ ਟੁੱਟ ਗਈ ਹੈ। ਜਿੰਨਾ ਚਿਰ ਆਪਣੇ ਘਰ ਸਭ ਸੁਖੀ ਸਨ, ਉਨਾ ਚਿਰ ਹੀ ਨੱਚਣਾ ਗਾਉਣਾ ਅਤੇ ਤੂੰਬਾ ਵਜਾਉਣਾ ਚੰਗਾ ਲੱਗਦਾ ਸੀ। ਪਰ ਜਦੋਂ ਆਪਣੇ ਘਰੋਂ ਮਰਗ ਦੀ ਖਬਰ ਆ ਗਈ ਤਾਂ ਸਭ ਕੁਝ ਭੁੱਲ ਗਿਆ। ਇਸ ਦੇ ਨਾਲ ਹੀ ਇੱਕ ਛੋਟੀ ਜਿਹੀ ਕਹਾਣੀ ਹੋਰ ਵੀ ਹੈ ਕਿ ਕਿਸੇ ਆਦਮੀ ਦੀ ਪਤਨੀ ਦੀ ਮੌਤ ਹੋ ਗਈ ਤਾਂ ਉਸ ਦਾ ਇੱਕ ਦੋਸਤ ਬਹੁਤ ਦਿਲਾਸਾ ਦਿੰਦਾ ਹੋਇਆ ਕਹਿਣ ਲੱਗਾ ਕਿ ਵਾਹਿਗੁਰੂ ਦਾ ਭਾਣਾ ਹੈ, ਕੋਈ ਗੱਲ ਨਹੀਂ, ਸਭ ਨੇ ਆਉਣਾ ਜਾਣਾ ਹੈ ਅਤੇ ਹੌਲੀ ਹੌਲੀ ਸਭ ਕੁਝ ਭੁੱਲ ਜਾਂਦਾ, ਤੂੰ ਆਪਣਾ ਧਿਆਨ ਰੱਖੀ। ਇਹ ਆਦਮੀ ਇਹ ਕਹਿ ਕੇ ਆਪਣੇ ਘਰ ਚਲੇ ਗਿਆ। ਖੈਰ ਕੁਝ ਦਿਨ ਪਾ ਕੇ ਇਸ ਮੱਤ ਦੇਣ ਵਾਲੇ ਆਦਮੀ ਦੀ ਪਤਨੀ ਦੀ ਵੀ ਮੌਤ ਹੋ ਗਈ। ਹੁਣ ਉਹ ਜਿਹੜਾ ਪਹਿਲਾ ਦੋਸਤ ਸੀ, ਉਹ ਵੀ ਉਸੇ ਘਰ ਆਇਆ ਅਤੇ ਉਸ ਨੂੰ ਕਹਿਣ ਲੱਗਾ, ਇਹ ਜੀਵਨ ਤਾਂ ਆਉਣ ਜਾਣ ਬਣਿਆ ਹੋਇਆ ਹੈ ਅਤੇ ਕਿਸੇ ਵੀ ਜਾਣ ਦਾ ਇੰਨਾ ਦੁੱਖ ਨਹੀਂ ਮਨਾਈਦਾ। ਤਾਂ ਇਹ ਦੋਸਤ ਅੱਗੋਂ ਭੜਕ ਪਿਆ ਕਿ ਤੈਨੂੰ ਅਕਲ ਨਹੀਂ, ਤੂੰ ਮੇਰੀ ਪਤਨੀ ਦੀ ਮੌਤ ਹਲੇ ਕੱਲ੍ਹ ਹੀ ਹੋਈ ਹੈ ਅਤੇ ਤੂੰ ਕਹਿੰਦਾ ਹੈ ਕਿ ਕੋਈ ਨਹੀਂ। ਤਾਂ ਇਸ ਦੂਜੇ ਦੋਸਤ ਨੇ ਜਵਾਬ ਦਿੱਤਾ ਕਿ ਉਹ ਵਕਤ ਭੁੱਲ ਗਿਆ ਜਦੋਂ ਮੇਰੀ ਪਤਨੀ ਦੀ 2 ਮਹੀਨੇ ਪਹਿਲਾਂ ਮੌਤ ਹੋਈ ਸੀ ਤਾਂ ਮੈਨੂੰ ਇਹੀ ਮੱਤਾ ਦੇ ਰਿਹਾ ਸੀ ਵੀ ਕੋਈ ਨਹੀਂ, ਇਹ ਆਣੀ ਜਾਣੀ ਬਣੀ ਹੋਈ ਹੈ। ਅਤੇ
ਹੁਣ ਉਹ ਸਾਰੀਆਂ ਗੱਲਾਂ ਕਿੱਥੇ ਗਈਆਂ? ਸਿੱਖਿਆ ਦੇਣੀ ਹਰ ਇੱਕ ਨੂੰ ਚੰਗੀ ਲੱਗਦੀ ਹੈ, ਪਰ ਜਦੋਂ ਆਪਣੇ ਨਾਲ ਬੀਤਦੀ ਹੈ ਤਾਂ ਸਭ ਨੂੰ ਪਤਾ ਲੱਗਦਾ ਹੈ। ਸੋ ਅੱਜ ਦੀ ਛੋਟੀ ਜਿਹੀ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ। ਅਗਾਂਹ ਕਿਸੇ ਹੋਰ ਕਹਾਣੀ ਨਾਲ ਫੇਰ ਪੇਸ਼ ਆਵਾਂਗੇ। ਧੰਨਵਾਦ।